नौ खंड पृथ्वी फिरै चिर जीवै, महा उदास तपीसर थीवै। अगन माहे होमत प्राण, कनक अशव हैवर भूम दान। न्यौली कर्म कर बहु आसन, जैन मार्ग संजम अत साधन। निमख निमख कर शरीर कटावे, ताव भी हमै मैल ना जावे। हर के नाम समसर कश नाहे, नानक गुरमुख नाम जपत गत पाहे। हर के नाम समसर कश नाहे, नानक गुरमुख नाम जपत गत पाहे। वाहिगुरु जी का खालसा, वाहिगुरु जी की फतेह। पतित पावन भगत वत्सल गरीब नवाज सतगुरु श्री गुरु ग्रंथ साहिब सच्चे पातशाह जियां दी पवित्र मुकद्दस हजूरी विच जुड़ बैठ अमृत वेले सतगुरां दी अमृतमयी बाणी आसा दी वार दा कीर्तन सरवण करके अपने जीवन दियां अमोलक घड़ियां नूं सफल बना रहे गुरु सवारिओ, हजूर सच्चे पातशाह जी दी महान कृपालता दे सदका गुरु चरना विच जुड़ बैठण दा सुभाग समा प्राप्त होया है। आओ साध संगत जिथे आपां पावन बाणी दा कीर्तन सरवण कीता है, उथे कुछ समा होर बड़े प्रेम सहित पावन बाणी दी चल रही लड़ीवार शब्द विचार दे नाल अपनियां मन बिरतियां नूं जोड़ना है, क्योंकि जिथे कीर्तन नूं सतगुरु जी ने प्रधानता दिती है, उथे सब ते उत्तम हर की कथा ये भी रहमत साडे ते कीती है। श्री सुखमणी साहिब जी दी पावन बाणी जिस दी दूसरी अष्टपदी दा दूसरा श्लोक दूसरा पदा जिसदा जाप आप जी ने सरवण कीता है। आओ साध संगत इस पावन पदे दी विचार आरंभ करन तो पहला आप समुचियां संगतां गुरु चरना विच सीस झुकाउंदियां रसना पवित्र करन लई सारे ही जपो सतनाम श्री वाहिगुरु। सतनाम श्री वाहिगुरु। श्री सुखमणी साहिब जी दी पवित्र बाणी जिस दे अंदर पंचम पातशाह जी ने नाम दी महिमा बयान कीती है, नाम जपण वालियां दी महिमा बयान कीती है।
ਇਹਦੇ ਨਾਲ ਸਤਿਗੁਰੂ ਜੀ ਨੇ ਉਹਨਾਂ ਕਰਮ ਕਾਂਡਾਂ ਦਾ ਜ਼ਿਕਰ ਵੀ ਕੀਤਾ ਜਿਹੜੇ ਧਰਮ ਦੇ ਨਾਂ ਤੇ ਜਾਂ ਰੱਬ ਦੇ ਮਿਲਾਪ ਦੇ ਲਈ ਲੋਕ ਕਰ ਰਹੇ ਸਨ। ਕਿਉਂਕਿ ਬਹੁਤ ਸਾਰੇ ਲੋਕ ਆਪਣੇ ਮਨ ਦੇ ਪਿੱਛੇ ਤੁਰ ਕੇ ਵੱਖ-ਵੱਖ ਢੰਗ ਦੇ ਨਾਲ ਰੱਬ ਦੀ ਪ੍ਰਾਪਤੀ ਲਈ ਯਤਨਸ਼ੀਲ ਹਨ, ਪਰ ਕੁਝ ਕਰਮ ਐਸੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ, ਉਹਨਾਂ ਨੂੰ ਆਪਾਂ ਫੋਕਟ ਕਰਮ ਹੀ ਕਹਿ ਸਕਦੇ ਹਾਂ। ਜਾਂ ਕੁਝ ਕਰਮ ਐਸੇ ਵੀ ਹਨ ਜਿਨ੍ਹਾਂ ਨੂੰ ਕੀਤਿਆਂ ਮਨ ਦੇ ਅੰਦਰ ਹਉਮੈ, ਹੰਗਤਾ, ਮੈਂ, ਮੇਰੀ, ਹੰਕਾਰ ਜਿਹੜਾ ਹੋਰ ਵੱਧ ਜਾਂਦਾ ਹੈ। ਤੇ ਸਾਧ ਸੰਗਤ ਸਿਮਰਨ ਕਰਨਾ, ਸੇਵਾ ਕਰਨੀ, ਇਹਦਾ ਇੱਕੋ ਹੀ ਮਕਸਦ ਹੈ ਕਿ ਆਪਣੇ ਮਨ ਦੇ ਅੰਦਰੋਂ ਹਉਮੈ, ਹੰਕਾਰ ਨੂੰ, ਮੈਂ, ਮੇਰੀ ਨੂੰ ਖਤਮ ਕਰ ਦੇਣਾ। ਤੇ ਜੇਕਰ ਸੇਵਾ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਤੇ ਇਹ ਚੀਜ਼ਾਂ ਹੋਰ ਵੱਧ ਰਹੀਆਂ ਨੇ, ਹਉਮੈ ਹੋਰ ਵੱਧ ਰਹੀ ਹੈ, ਮੈਂ, ਮੇਰੀ ਖਤਮ ਨਹੀਂ ਹੋ ਰਹੀ, ਤਾਂ ਸੱਚ ਜਾਣਿਓ ਅਸੀਂ ਸੇਵਾ ਜਿਹੜੀ ਕਰ ਤਾਂ ਰਹੇ ਹਾਂ, ਪਰ ਹਉਮੈ ਹੰਕਾਰ ਵਿੱਚ ਭਰੇ ਹੋਣ ਕਰਕੇ ਮਤ ਥੋੜ੍ਹੀ ਸੇਵ ਗਵਾਈ ਹੈ। ਅਸੀਂ ਉਹ ਸੇਵਾ ਗਵਾ ਲਈ, ਉਹਦਾ ਲਾਹਾ ਪ੍ਰਾਪਤ ਨਹੀਂ ਕਰ ਸਕੇ। ਹੁੰਦਾ ਬਹੁਤੀ ਵਾਰੀ ਇਸੇ ਤਰ੍ਹਾਂ ਹੀ ਹੈ। ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਵੀ ਆਪਸ ਦੇ ਵਿੱਚ ਲੜਦੇ, ਝਗੜਦੇ, ਖਹਿੰਦੇ ਵੇਖੇ ਜਾ ਸਕਦੇ ਨੇ। ਕੁਝ ਦਿਨ ਪਹਿਲਾਂ ਦੀ ਘਟਨਾ, ਅੰਮ੍ਰਿਤ ਵੇਲੇ ਜੋੜਾ ਘਰ ਵਿੱਚ ਰੌਲਾ ਪੈ ਗਿਆ ਤੇ ਦਾਸ ਦੀ ਸੇਵਾ ਸੀ ਅੰਮ੍ਰਿਤ ਵੇਲੇ ਦੀ, ਪ੍ਰਕਾਸ਼ ਦੀ। ਜਦੋਂ ਬਾਹਰ ਜਾ ਕੇ ਵੇਖਿਆ ਤੇ ਪੁੱਛਿਆ, ਭਾਈ ਕੀ ਗੱਲਬਾਤ, ਜੋੜਾ ਘਰ ਵਿੱਚ ਰੌਲਾ ਤੁਸੀਂ ਕਿਉਂ ਪਾ ਰਹੇ ਹੋ? ਤੇ ਜੋੜਾ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕਰਨ ਵਾਲੇ ਉਹ ਆਪਸ ਵਿੱਚ ਖਹਿ ਰਹੇ ਨੇ। ਇੱਕ ਬੀਬੀ ਕਹਿ ਰਹੀ ਵੀ ਇਸ ਖਿੜਕੀ ਤੇ ਖੜ ਕੇ ਜੋੜੇ ਮੈਂ ਫੜਨੇ ਨੇ। ਇੱਕ ਵੀਰ ਕਹਿ ਰਿਹਾ ਸੀ ਜੀ ਇੱਥੇ ਰੋਜ਼ ਜੋੜੇ ਮੈਂ ਫੜਦਾ, ਇਸ ਖਿੜਕੀ ਤੇ ਖੜ ਕੇ, ਇੱਥੇ ਮੈਂ ਖੜਨਾ। ਉਹ ਬੀਬੀ ਕਹਿੰਦੀ ਇੱਥੇ ਮੈਂ ਖੜਾਂਗੀ। ਇਸ ਗੱਲ ਦਾ ਰੌਲਾ ਪੈ ਗਿਆ ਤੇ ਮੈਂ ਬੇਨਤੀ ਕੀਤੀ, ਭਾਈ 4-5 ਖਿੜਕੀਆਂ ਨੇ, ਜ਼ਰੂਰੀ ਨਹੀਂ ਇੱਕ ਤੇ ਖੜਨਾ, ਦੂਜੀ ਖਿੜਕੀ ਤੇ ਖੜ ਜਾਓ, ਤੀਜੀ ਤੇ ਖੜ ਜਾਓ, ਸੰਗਤਾਂ ਆਈ ਜਾਣਗੀਆਂ, ਤੁਸੀਂ ਸੇਵਾ ਕਰੀ ਜਾਇਓ। ਪਰ ਜੇ ਇਸੇ ਗੱਲ ਨੂੰ ਲੈ ਕੇ ਤੁਸੀਂ ਬੈਠੇ ਰਹਿ ਕੇ ਇੱਥੇ ਮੈਂ ਖੜਾਂਗਾ, ਇੱਥੇ ਮੈਂ ਖੜਾਂਗਾ, ਤੇ ਮੈਂ ਕਰਦਿਆਂ ਹੋਇਆਂ ਤੁਸੀਂ ਆਪਣਾ ਸਮਾਂ ਜਿਹੜਾ ਗਵਾ ਦੇਣਾ ਹੈ। ਸੇਵਾ ਕਰਕੇ ਹਉਮੈ ਮਾਰਨੀ ਸੀ, ਪਰ ਤੁਸੀਂ ਤੇ ਮੈਂ ਵਿੱਚ ਪਏ ਹੋਏ ਹੋ। ਤੋ ਜਦੋਂ ਬੇਨਤੀ ਕੀਤੀ, ਉਸ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਜੀ, ਅਸੀਂ ਵੱਖ-ਵੱਖ ਥਾਵਾਂ ਤੇ ਖੜ ਜਾਂਦੇ ਹਾਂ। ਕਹਿਣ ਤੋਂ ਭਾਵ ਹਰ ਥਾਂ ਦੇ ਉੱਪਰ ਕੋਈ ਵੀ ਅਸੀਂ ਕਰਮ ਕਰਦੇ ਹਾਂ ਤੇ ਉਹਦੇ ਨਾਲ ਜੇ ਹਉਮੈ ਵੱਧ ਗਈ, ਹੰਕਾਰ ਵੱਧ ਗਿਆ, ਸਮਝ ਲਓ ਉਹ ਸਾਡਾ ਕੀਤਾ ਜਾ ਰਿਹਾ ਕਰਮ ਜਿਹੜਾ ਹੈ ਲੇਖੇ ਵਿੱਚ ਨਹੀਂ ਪੈ ਰਿਹਾ। ਸੱਚੇ ਪਾਤਸ਼ਾਹ ਜੀ ਨੇ ਇਸ ਦੂਸਰੀ ਅਸ਼ਟਪਦੀ ਦੇ ਅੰਦਰ ਸਾਰੇ ਉਹਨਾਂ ਕਰਮਾਂ ਦੀ ਗੱਲ ਕੀਤੀ ਜਿਹੜੇ ਰੱਬ ਦੇ ਮਿਲਾਪ ਵਾਸਤੇ ਲੋਕ ਕਰ ਰਹੇ ਸਨ। ਜੋ ਆਪਾਂ ਪਿਛਲੇ ਦੀਵਾਨਾਂ ਵਿੱਚ ਵੀ ਵਿਚਾਰਿਆ ਸੀ, ਕੋਈ ਜਾਪ ਕਰ ਰਿਹਾ, ਕੋਈ ਸਰੀਰ ਨੂੰ ਤਾਪ ਦੇ ਰਿਹਾ, ਕਸ਼ਟ ਦੇ ਰਿਹਾ, ਕੋਈ ਸਿਮਰਤੀਆਂ ਸ਼ਾਸਤਰਾਂ ਦਾ ਵਿਖਿਆਤਾ ਬਣਿਆ ਹੋਇਆ, ਕਈ ਹੋਰ ਯੋਗ ਦੇ ਅਭਿਆਸ ਵੀ ਕਰੀ ਜਾ ਰਿਹਾ ਹੈ। ਅੱਜ ਦੇ ਇਸ ਬੰਦ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। 9 ਖੰਡ, ਇਹ ਸਾਰੀ ਧਰਤੀ ਦੇ 9 ਹਿੱਸੇ ਜਿਹੜੇ ਨੇ ਮੰਨੇ ਗਏ ਨੇ। ਖੰਡ ਦਾ ਮਤਲਬ ਹੁੰਦਾ ਟੋਟੇ, ਭਾਗ, ਹਿੱਸੇ। ਇਹ ਧਰਤੀ ਨੂੰ 9 ਖੰਡਾਂ ਦੇ ਵਿੱਚ ਵੰਡਿਆ ਗਿਆ। ਤੋ ਸਤਿਗੁਰੂ ਜੀ ਇੱਥੇ ਰਹਿਮਤ ਕਰ ਰਹੇ ਨੇ, ਕਹਿੰਦੇ ਕੋਈ ਮਨੁੱਖ
नौ खंड पृथ्वी फिरै चिर जीवै। चिर दा मतलब है बहुत लंबी उम्र भोगनी। कहंदे कोई मनुख सारी धरती का भरमण कर लवे, धरती दे 9 खंड ने 9 हिस्से ने, सारिਆਂ ਨੂੰ गाह लवे तुर तुर के। ते आम तौर ते तुसीं वेखिया होवेगा कई लोग ਜਿਹੜੇ ਨੇ ना ਉਹ ਅੱਜ ਵੀ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ। ਕੁਝ ਕੋ ਉਹ ਆਪਣੇ ਬਸਤਰ ਤੇ ਖਾਣ ਪੀਣ ਦਾ ਸਮਾਨ ਲੈ ਕੇ ਤੁਰ ਪੈਂਦੇ ਨੇ। ਅੱਜ ਇੱਥੇ ਰਾਤ ਕੱਟੀ, ਕੱਲ ਨੂੰ ਅੱਗੇ, ਪਰਸੋਂ ਹੋਰ ਅੱਗੇ, ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿਣਗੇ ਜੀ ਅਸੀਂ ਪੂਰੀ ਧਰਤੀ ਦਾ ਭਰਮਣ ਕਰਨਾ ਹੈ, ਅਸੀਂ ਸਾਰੀ ਧਰਤੀ ਦੀ ਯਾਤਰਾ ਕਰਨੀ ਹੈ। ਤੇ ਹਜ਼ੂਰ ਕਹਿਣ ਲੱਗੇ ਭਾਈ ਧਰਤੀ ਦੇ ਭਰਮਣ ਕਰਨ ਦੇ ਨਾਲ ਜੇ ਤੁਸੀਂ ਆਖੋ ਵੀ ਰੱਬ ਦੇ ਨਾਲ ਨੇੜਤਾ ਬਣ ਜਾਏਗੀ, ਕਹਿੰਦੇ ਇਹ ਗੱਲ ਜਿਹੜੀ ਹੈ ਇਹ ਸੋਚ ਤੋਂ ਪਰੇ ਦੀ ਹੈ। ਤੁਰ ਤੁਰ ਕੇ ਕੋਈ ਬੰਦਾ ਥੱਕ ਤੇ ਜਾਏਗਾ, ਅੱਕ ਜਾਏਗਾ, ਹਾਰ ਜਾਏਗਾ, ਪਰ ਉਹਦੇ ਮਨ ਦੀ ਮੈਲ ਦੂਰ ਨਹੀਂ ਹੋ ਸਕਦੀ। ਕਈ ਵਾਰ ਕਈ ਲੋਕ ਹੱਠ ਕਰਕੇ ਬਹਿੰਦੇ ਨੇ ਵੀ ਅਸੀਂ ਫਲਾਣੇ ਗੁਰਧਾਮ ਦੇ ਦਰਸ਼ਨ ਕਰਨ ਜਾਣੇ, ਤੁਰ ਕੇ ਜਾਣਾ ਹੈ। ਕਈ ਕਹਿਣਗੇ ਜੀ ਅਸੀਂ ਨੰਗੇ ਪੈਰੀ ਜਾਣਾ। ਸਾਧ ਸੰਗਤ ਜੇ ਪੁਰਾਣਾ ਸਮਾਂ ਵੇਖੀਏ ਲੋਕ ਪੈਦਲ ਹੀ ਸਫ਼ਰ ਕਰਿਆ ਕਰਦੇ ਸੀ, ਤੁਰ ਕੇ ਜਾਂਦੇ ਸੀ, ਹੋਰ ਸਾਧਨ ਨਹੀਂ ਸਨ। ਅਜੋਕੇ ਸਮੇਂ ਵਿੱਚ ਬਹੁਤ ਸਾਰੇ ਸਾਧਨ ਆਵਾਜਾਈ ਦੇ ਸਾਡੇ ਕੋਲ ਮੌਜੂਦ ਨੇ। ਫਿਰ ਵੀ ਜੇ ਕੋਈ ਬੰਦਾ ਹੱਠ ਕਰਕੇ ਬਹਿ ਜਾਏ ਵੀ ਮੈਂ ਤੁਰ ਕੇ ਜਾਵਾਂਗਾ, ਨੰਗੇ ਪੈਰੀ ਜਾਵਾਂਗਾ, ਐਸਾ ਨਾਲ ਗੁਰੂ ਮੇਰੇ ਜ਼ਿਆਦਾ ਪ੍ਰਸੰਨ ਹੋਵੇਗਾ, ਬਹੁਤਾ ਪ੍ਰਸੰਨ ਹੋਵੇਗਾ। ਸਾਧ ਸੰਗਤ ਜਿਹੜੀ ਹੈ ਇਹਦਾ ਕੋਈ ਵੀ ਆਪਸ ਵਿੱਚ ਮੇਲ ਨਹੀਂ। ਗੁਰੂ ਕਿਹਨਾਂ ਤੇ ਪ੍ਰਸੰਨ ਹੁੰਦਾ ਏ, ਇਹ ਸਤਿਗੁਰੂ ਦੇ ਕੋਲੋਂ ਆਪਾਂ ਪੁੱਛ ਕੇ ਵੇਖੀਏ। ਮਹਾਰਾਜ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇਂ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਹਿੰਦੇ ਗੁਰੂ ਦੀ ਖੁਸ਼ੀ ਉਹਨਾਂ ਨੂੰ ਮਿਲਣੀ ਹੈ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ ਹੈ। ਉਹਨਾਂ ਨੂੰ ਨਹੀਂ ਮਿਲਣੀ ਜਿਹੜੇ ਕਹਿਣਗੇ ਜੀ ਅਸੀਂ ਪੈਦਲ ਚੱਲ ਕੇ ਆਏ ਜਾਂ ਨੰਗੇ ਪੈਰੀ ਆਏ ਆ, ਉਹਨਾਂ ਨੂੰ ਨਹੀਂ। ਇੱਥੇ ਗੱਲ ਤੇ ਹੁਕਮ ਦੇ ਵਿੱਚ ਰਹਿਣ ਦੀ ਹੈ, ਗੱਲ ਤੇ ਹੁਕਮ ਨੂੰ ਮੰਨਣ ਦੀ ਹੈ। ਤੇ ਮਹਾਰਾਜ ਕਹਿੰਦੇ ਜੇ ਕੋਈ ਬੰਦਾ ਸਾਰੀ ਧਰਤੀ ਦਾ ਭਰਮਣ ਕਰ ਲਵੇ, ਬਹੁਤ ਲੰਬੀ ਉਮਰ ਬਤੀਤ ਕਰੇ, ਮਹਾ ਉਦਾਸ ਤਪੀਸਰ ਥੀਵੈ। ਉਦਾਸ ਦਾ ਮਤਲਬ ਹੈ ਉਦਾਸੀ ਧਾਰਨ ਕਰ ਲੈਣੀ, ਘਰ ਪਰਿਵਾਰ ਤਿਆਗ ਦੇਣਾ, ਪਰਿਵਾਰਕ ਮੋਹ ਵਿੱਚੋਂ ਬਾਹਰ ਨਿਕਲ ਆਉਣਾ। ਕਹਿੰਦੇ ਕੋਈ ਬਹੁਤ ਵੱਡਾ ਉਦਾਸ ਬਣ ਜਾਏ, ਬਹੁਤ ਜ਼ਿਆਦਾ ਤਪ ਕਰੇ, ਲੋਕ ਉਹਨੂੰ ਤਪੀ ਕਹਿਣ ਲੱਗ ਪੈਣ ਵੀ ਬਹੁਤ ਵੱਡਾ ਤਪੀਸਰ ਹੈ। ਧਰਤੀ ਸਾਰੀ ਭਰਮਣ ਕਰ ਲਵੇ, ਬੜੀ ਲੰਬੀ ਉਮਰ ਭੋਗ ਲਵੇ, ਬਹੁਤ ਵੱਡਾ ਉਦਾਸ ਬਣ ਜਾਏ ਤੇ ਬਹੁਤ ਵੱਡਾ ਤਪੀਆ ਹੋਵੇ। ਅਗਨ ਮਾਹੇ ਹੋਮਤ ਪ੍ਰਾਣ। ਕਹਿੰਦੇ ਇੱਥੇ ਬਸ ਨਹੀਂ, ਆਪਣੇ ਸਰੀਰ ਨੂੰ, ਆਪਣੀ ਜਿੰਦ ਨੂੰ ਅੱਗ ਦੇ ਹਵਾਲੇ ਕਰਕੇ ਹਵਨ ਕਰ ਦੇਵੇ, ਆਪਣੇ ਆਪ ਨੂੰ ਅੱਗ ਵਿੱਚ ਸਾੜ ਲਵੇ। ਕਨਕ ਅਸ਼ਵ ਹੈਵਰ ਭੂਮ ਦਾਨ। ਕਹਿੰਦੇ ਬਹੁਤ ਸਾਰਾ ਸੋਨਾ ਵੀ ਦਾਨ ਕਰੇ। ਅਸ਼ਵ ਕਹਿੰਦੇ ਨੇ ਘੋੜੇ, ਹੈਵਰ ਕਹਿੰਦੇ ਨੇ ਹਾਥੀ। ਕਹਿੰਦੇ ਸੋਨਾ ਦਾਨ ਕਰੇ, ਹਾਥੀ ਦਾਨ ਵਿੱਚ ਦੇ ਦੇਵੇ, ਘੋੜੇ ਦਾਨ ਕਰ ਦੇਵੇ, ਬਹੁਤ ਜ਼ਮੀਨ ਜਿਹੜੀ ਹੈ ਭੂਮੀ ਦਾਨ ਕਰੇ। ਨਿਉਲੀ ਕਰਮ ਕਰੈ ਬਹੁ ਆਸਣ।
ਹੁਣ ਨਿਉਲੀ ਕਰਮ ਕੀ ਹੈ? ਇੱਕ ਜੋਗੀਆਂ ਦਾ ਆਸਣ ਹੈ। ਇਹ ਸਵੇਰੇ ਖਾਲੀ ਪੇਟ, ਤੁਸੀਂ ਵੇਖਿਆ ਹੋਵੇਗਾ ਕਿ ਕਈ ਲੋਕ ਨਿਉਲੀ ਕਰਮ ਕਰਦੇ ਨੇ। ਸਵੇਰੇ ਖਾਲੀ ਪੇਟ ਬਿਲਕੁਲ ਸਿੱਧੇ ਬੈਠ ਕੇ ਰੀੜ੍ਹ ਦੀ ਹੱਡੀ ਨੂੰ ਸਿੱਧਿਆਂ ਕਰਕੇ ਸਾਹ ਬਾਹਰ ਵੱਲ ਕੱਢ ਕੇ ਤੇ ਪੇਟ ਦੀਆਂ ਜਿਹੜੀਆਂ ਆਂਤੜੀਆਂ ਨੇ ਉਹਨਾਂ ਨੂੰ ਘੁਮਾਉਂਦੇ ਨੇ ਪੇਟ ਦੇ ਅੰਦਰ ਹੀ। ਜਿਵੇਂ ਆਪਾਂ ਦੁੱਧ ਰਿੜਕਣ ਵਾਸਤੇ ਮਧਾਣੀ ਚਲਾਉਣੇ, ਇਉਂ ਹੀ ਉਹ ਅੰਤੜੀਆਂ ਦੇ ਰਾਹੀਂ ਮਧਾਣੀ ਚਲਾਉਂਦੇ ਨੇ ਪੇਟ ਦੇ ਵਿੱਚ। ਇਹਦੇ ਨਾਲ ਅੰਤੜੀਆਂ ਜਿਹੜੀਆਂ ਨੇ ਉਹਨਾਂ ਦੀ ਸਫਾਈ ਹੁੰਦੀ ਹੈ। ਇਹ ਇੱਕ ਨਿਉਲੀ ਕਰਮ ਹੈ ਜੋ ਜੋਗੀ ਲੋਕ ਜਿਹੜੇ ਨੇ ਆਮ ਹੀ ਕਰਦੇ ਨੇ। ਮਹਾਰਾਜ ਕਹਿੰਦੇ ਨੇ ਸੋਨਾ ਚਾਂਦੀ ਘੋੜੇ ਹਾਥੀ ਭੂਮੀ ਦਾਨ ਕਰੇ, ਨਿਉਲੀ ਕਰਮ ਵੀ ਕਰੇ, ਜੋਗੀਆਂ ਵਾਲੇ ਸਾਰੇ ਆਸਨ ਕਰ ਲਵੇ। ਜੈਨ ਮਾਰਗ ਸੰਜਮ ਅਤ ਸਾਧਨ, ਕਹਿੰਦੇ ਜੋਗੀਆਂ ਵਾਲੇ ਸਾਰੇ ਕਰਮ ਵੀ ਕਰੇ, ਨਾਲ ਜੈਨ ਧਰਮ ਦੀ ਗੱਲ ਵੀ ਕੀਤੀ। ਹੁਣ ਜਿਹੜੇ ਜੈਨੀ ਲੋਕ ਨੇ ਉਹਨਾਂ ਦੀ ਇੱਕ ਵਿਚਾਰਧਾਰਾ ਬਿਲਕੁਲ ਵੱਖਰੀ ਹੈ। ਉਹ ਕਹਿੰਦੇ ਅਸੀਂ ਕਿਸੇ ਪ੍ਰਕਾਰ ਦੀ ਹਿੰਸਾ ਨਹੀਂ ਹੋਣ ਦੇਣੀ, ਅਸੀਂ ਜ਼ਮੀਨ ਤੇ ਚੱਲੀਏ ਤੇ ਸਾਡੇ ਚੱਲਣ ਦੇ ਨਾਲ ਕੋਈ ਕੀੜਾ ਪਤੰਗਾ ਨਾ ਮਰ ਜਾਏ, ਇਸ ਕਰਕੇ ਨੰਗੇ ਪੈਰੀਂ ਚੱਲਦੇ ਨੇ। ਕਹਿੰਦੇ ਅਸੀਂ ਸਾਹ ਲਈਏ ਤੇ ਸਾਹ ਰਾਹੀਂ ਕੋਈ ਕੀੜਾ ਪਤੰਗਾ ਅੰਦਰ ਨਾ ਲੰਘ ਜਾਏ, ਮੂੰਹ ਤੇ ਪੱਟੀ ਬੰਨ੍ਹ ਕੇ ਰੱਖਦੇ ਨੇ। ਜਿੱਥੇ ਬੈਠੀਏ ਬੈਠਣ ਨਾਲ ਕੋਈ ਕੀੜਾ ਪਤੰਗਾ ਨਾ ਮਰੇ, ਇੱਕ ਸੂਤ ਦਾ ਝਾੜੂ ਕੋਲ ਰੱਖਦੇ ਨੇ, ਉਹ ਝਾੜੂ ਪਹਿਲਾਂ ਮਾਰ ਕੇ ਫਿਰ ਬਹਿੰਦੇ ਨੇ। ਪਾਣੀ ਨਾਲ ਨਹਾਉਂਦੇ ਨਹੀਂ ਕਿ ਨਹਾਉਣ ਨਾਲ ਕਿਤੇ ਕੋਈ ਜੀਵ ਨਾ ਮਰ ਜਾਏ। ਇੱਥੋਂ ਤੱਕ ਆਪਣਾ ਮਲ ਤਿਆਗ ਜਿਹੜਾ ਹੈ ਉਹਨੂੰ ਵੀ ਖਿਲਾਰ ਦਿੰਦੇ ਨੇ, ਫਰੋਲ ਦਿੰਦੇ ਨੇ, ਤਾਂ ਕਿ ਇਹਦੇ ਵਿੱਚ ਕੋਈ ਜੀਵ ਨਾ ਪੈਦਾ ਹੋ ਜਾਏ। ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਫੋਲ ਫਦੀਹਤ ਮੂੰਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਮਲ ਤਿਆਗ ਨੂੰ ਖਿਲਾਰ ਦਿੰਦੇ ਨੇ, ਪਾਣੀ ਨਾਲ ਇਸ਼ਨਾਨ ਨਹੀਂ ਕਰਦੇ। ਇੱਥੋਂ ਤੱਕ ਸਿਰ ਦੇ ਵਿੱਚ ਸਵਾਹ ਮਲ ਮਲ ਕੇ ਇੱਕ ਇੱਕ ਵਾਲ ਸਿਰ ਦਾ ਉਖੇੜ ਦਿੰਦੇ ਨੇ, ਪੁੱਟ ਦਿੰਦੇ ਨੇ, ਤਾਂ ਕਿ ਕੋਈ ਸਿਰ ਵਿੱਚ ਜੀਵ ਜੰਤ ਨਾ ਪੈਦਾ ਹੋ ਜਾਏ। ਇਸ ਤਰ੍ਹਾਂ ਦੀ ਉਹਨਾਂ ਦੀ ਜੀਵਨ ਦੀ ਸ਼ੈਲੀ ਬਣ ਚੁੱਕੀ ਹੈ। ਮਹਾਰਾਜ ਕਹਿੰਦੇ ਇਹ ਸਾਰੇ ਜੈਨੀਆਂ ਵਾਲੇ ਜਿਹੜੇ ਕਰਮ ਨੇ, ਸੰਜਮ ਨੇ, ਬੜੇ ਔਖੇ ਸਾਧਨ ਇਹ ਵੀ ਕਰਦਾ ਹੋਵੇ। ਨਿਮਖ ਨਿਮਖ ਕਰ ਸਰੀਰ ਕਟਾਵੇ, ਨਿਮਖ ਕਹਿੰਦੇ ਨੇ ਬਹੁਤ ਥੋੜਾ ਥੋੜਾ ਛੋਟਾ ਛੋਟਾ ਕਰਕੇ ਆਪਣੇ ਸਰੀਰ ਨੂੰ ਵੀ ਕਟਾ ਲਵੇ ਤੇ ਕਟਾ ਕੇ ਅੱਗ ਦੇ ਵਿੱਚ ਹਵਨ ਕਰਾ ਦੇਵੇ। ਤਾਉ ਭੀ ਹਉਮੈ ਮੈਲ ਨਾ ਜਾਵੇ। ਹੁਣ ਵੇਖੋ ਕਿੰਨੇ ਕਰਮ ਹਜੂਰ ਨੇ ਇਸ ਪਦੇ ਦੇ ਵਿੱਚ ਗਣਵਾਏ ਨੇ। ਕਹਿੰਦੇ ਇਹ ਸਾਰੇ ਕਰਮ ਕਰਨ ਤੋਂ ਬਾਅਦ ਵੀ ਮਨੁੱਖ ਦੇ ਅੰਦਰ ਲੱਗੀ ਹੋਈ ਹਉਮੈ ਦੀ ਮੈਲ ਸਤਿਗੁਰੂ ਕਹਿੰਦੇ ਦੂਰ ਨਹੀਂ ਹੁੰਦੀ। ਉਹ ਮੈਲ ਉਵੇਂ ਲੱਗੀ ਰਹਿੰਦੀ ਹੈ। ਭਾਵੇਂ ਕੋਈ ਸਾਰੀ ਧਰਤੀ ਨੂੰ ਤੁਰ ਕੇ ਗਾਹ ਲਵੇ, ਭਾਵੇਂ ਕੋਈ ਲੰਬੀ ਉਮਰ ਭੋਗ ਲਵੇ, ਭਾਵੇਂ ਬਹੁਤ ਵੱਡਾ ਤਪੀ ਬਣ ਜਾਵੇ, ਉਦਾਸ ਹੋ ਜਾਵੇ, ਤੇ ਭਾਵੇਂ ਆਪਣੇ ਆਪ ਨੂੰ ਅੱਗ ਦੇ ਵਿੱਚ ਪਵਾ ਦੇਵੇ, ਆਪਣੇ ਪ੍ਰਾਣ ਜਿਹੜੇ ਨੇ ਤਿਆਗ ਦੇਵੇ, ਹਾਥੀ ਘੋੜੇ ਦਾਨ ਕਰੇ, ਜੋਗੀਆਂ ਵਾਲੇ ਆਸਨ ਕਰੇ, ਜੈਨੀਆਂ ਵਾਲੇ ਕਠਿਨ ਸਾਧਨ ਕਰ ਲਵੇ, ਸਾਹਿਬ ਕਹਿੰਦੇ ਤਾਂ ਵੀ ਹਉਮੈ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ। ਹਉਮੈ ਦੀ ਮੈਲ ਉਤਰਦੀ ਨਹੀਂ। ਤੇ ਸਾਧ ਸੰਗਤ ਕਈ ਵੇਰਾਂ ਇਹ ਮੈਲ ਜ਼ਿਆਦਾ ਵੀ ਲੱਗ ਜਾਂਦੀ ਹੈ, ਵੱਧ ਵੀ ਜਾਂਦੀ ਹੈ। ਬੰਦਾ ਸੋਚਦਾ ਵੀ ਮੈਂ ਤੇ ਸਾਰੀ ਧਰਤੀ ਗਾਹ ਲਈ ਹੈ, ਮੈਂ ਤੇ ਸਾਰੀ ਧਰਤੀ ਦਾ ਭਰਮਣ ਕਰ ਲਿਆ, ਮੈਂ ਤੇ ਇੰਨਾ ਦਾਨ ਕੀਤਾ ਹੈ, ਮੈਂ ਇੰਨੇ ਏਡੇ ਪੁੰਨ ਕਰਮ ਕੀਤੇ ਨੇ, ਮੈਂ ਤੇ ਜੋਗੀਆਂ ਵਾਲੇ ਆਸਨ ਵੀ ਕਰ ਲੈਣਾ, ਮੈਂ ਤੇ ਜੈਨੀਆਂ ਵਾਲੀ ਕਠਿਨ ਸਾਧਨਾ ਵੀ ਕਰਦਾ। ਕਹਿੰਦੇ ਕਈ ਵੇਰਾਂ ਇਸ ਢੰਗ ਨਾਲ ਹਉਮੈ ਜ਼ਿਆਦਾ ਵੱਧ ਜਾਂਦੀ ਹੈ।
ਤੇ ਮਹਾਰਾਜ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕਹਿੰਦੇ ਜਦੋਂ ਹਉਮੈ ਦੀ ਮੈਲ ਵੱਧ ਗਈ ਤੇ ਤੇਰੇ ਕੀਤੇ ਸਾਰੇ ਕਰਮ ਕਿਸੇ ਲੇਖੇ ਵਿੱਚ ਨਹੀਂ ਪੈਣੇ, ਬਿਲਕੁਲ ਵਿਅਰਥ ਹੀ ਚਲੇ ਜਾਣਗੇ। ਹਰ ਕੇ ਨਾਮ ਸੰਸਰ ਕਛ ਨਾਹੇ। ਤੇ ਅਖੀਰ ਦੇ ਵਿੱਚ ਫੈਸਲਾ ਦਿੱਤਾ, ਕਹਿੰਦੇ ਹੇ ਭਾਈ ਹਰੀ ਦੇ ਨਾਮ ਦੇ ਤੁੱਲ ਕੋਈ ਵੀ ਕਰਮ ਨਹੀਂ। ਜਿਹੜੇ ਜੀਵ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ ਉਹਨਾਂ ਦਾ ਅੰਤःਕਰਨ ਸ਼ੁੱਧ ਹੋ ਜਾਂਦਾ ਏ, ਉਹਨਾਂ ਅੰਦਰ ਪ੍ਰੇਮ ਵਿਰਾਗ ਪੈਦਾ ਹੋ ਜਾਂਦਾ ਏ, ਉਹਨਾਂ ਅੰਦਰ ਹਉਮੈ ਦੀ ਮੈਲ ਨਹੀਂ ਰਹਿੰਦੀ। ਉਹ ਸਾਰੇ ਸੰਸਾਰ ਦੇ ਅੰਦਰ ਨਿਰੰਕਾਰ ਨੂੰ ਦੇਖਦੇ ਨੇ, ਸਾਰੀ ਖਲਕਤ ਨੂੰ ਪਿਆਰ ਕਰਨ ਵਾਲੇ ਬਣ ਜਾਂਦੇ ਨੇ। ਤੇ ਉਹਨਾਂ ਦੀ ਭਾਵਨਾ ਇਹ ਬਣ ਜਾਂਦੀ ਹੈ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਇਸ ਕਰਕੇ ਹਰੀ ਦੇ ਨਾਮ ਦੇ ਤੁੱਲ ਹੋਰ ਕੋਈ ਕਰਮ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਤੇ ਨਾਨਕ ਜੀ ਇੱਥੇ ਪੰਜਵੇਂ ਸਰੂਪ ਦੇ ਅੰਦਰ ਬੇਨਤੀ ਕਰਦੇ ਨੇ, ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਵਡਭਾਗੇ ਮਨੁੱਖ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ, ਪ੍ਰਭੂ ਦੀ ਯਾਦ ਵਿੱਚ ਜੁੜ ਕੇ ਉਹ ਆਪਣੇ ਇਸ ਜੀਵਨ ਨੂੰ ਸਵਾਰ ਲੈਂਦੇ ਨੇ। ਨਾਮ ਜਪਤ ਗਤ ਪਾਹੇ, ਉਹ ਜੀਵਨ ਮੁਕਤ ਹੋ ਜਾਂਦੇ ਹਨ, ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੁੰਦਾ ਹੈ। ਪਰ ਜਿਹੜੇ ਕਰਮ ਕਾਂਡਾਂ ਵਿੱਚ ਲੱਗੇ ਰਹੇ ਉਹਨਾਂ ਦੇ ਬਾਰੇ ਬਚਨ ਆਪਾਂ ਪੜ੍ਹਦੇ ਹਾਂ ਕਿ ਉਹ ਆਪਣਾ ਲੋਕ ਤੇ ਪਰਲੋਕ ਵੀ ਗਵਾ ਬਹਿੰਦੇ ਨੇ। ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ। ਤੇ ਅਗਲੇ ਬੰਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਕੁਝ ਹੋਰ ਕਰਮਾਂ ਦਾ ਜ਼ਿਕਰ ਕੀਤਾ ਤੇ ਨਾਲ ਨਾਮ ਦੀ ਮਹਿਮਾ ਨੂੰ ਬਿਆਨ ਕੀਤਾ। ਮਨ ਕਾਮਨਾ ਤੀਰਥ ਦੇ ਛੁਟੈ। ਹੁਣ ਬੜੇ ਪੁਰਾਣੇ ਸਮੇਂ ਤੋਂ ਇੱਕ ਵਿਚਾਰ ਜਿਹੜੀ ਸੀ ਉਹ ਪ੍ਰਚਲਿਤ ਕਰ ਦਿੱਤੀ ਗਈ ਕਿ ਜੇ ਕਿਸੇ ਮਨੁੱਖ ਨੇ ਜਿੰਨੇ ਮਰਜ਼ੀ ਮਾੜੇ ਕੰਮ ਕੀਤੇ ਹੋਣ, ਜੇ ਉਹ ਆਖਰੀ ਸਮੇਂ ਕਿਸੇ ਧਰਮ ਸਥਾਨ ਤੇ ਜਾ ਕੇ ਆਪਣੇ ਪ੍ਰਾਣ ਤਿਆਗ ਦੇਵੇ ਤਾਂ ਉਹ ਮੁਕਤ ਹੋ ਜਾਂਦਾ ਹੈ, ਉਹ ਨਰਕਾਂ ਤੋਂ ਬਚ ਜਾਂਦਾ ਹੈ। ਇਹ ਵਿਚਾਰ ਪ੍ਰਚਲਿਤ ਕਰ ਦਿੱਤੇ ਗਏ ਤੇ ਖਾਸ ਕਰਕੇ ਕਾਂਸ਼ੀ, ਬਨਾਰਸ, ਗੰਗਾ ਆਦਿਕ, ਹਰਿਦੁਆਰ ਦੀ ਧਰਤੀ, ਪ੍ਰਯਾਗਰਾਜ, ਇਹਨਾਂ ਥਾਵਾਂ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਕਿ ਜੇ ਕੋਈ ਵਿਅਕਤੀ ਕਰਮ ਜਿਹੋ ਜਿਹੇ ਮਰਜ਼ੀ ਕੀਤੇ ਹੋਣ, ਆਖਰੀ ਸਮੇਂ ਆ ਕੇ ਇਹਨਾਂ ਥਾਵਾਂ ਤੇ ਪ੍ਰਾਣ ਤਿਆਗੇਗਾ ਤੇ ਉਹ ਜੀਵਨ ਮੁਕਤ ਹੋ ਜਾਏਗਾ, ਉਹਦੇ ਸਾਰੇ ਪਾਪ ਵੀ ਕੱਟੇ ਜਾਣਗੇ। ਜਦੋਂ ਐਸਾ ਪ੍ਰਚਾਰ ਕੀਤਾ ਗਿਆ ਤੇ ਬਹੁਤ ਸਾਰੇ ਲੋਕ ਜਿਹੜੇ ਸਨ ਉਹਨਾਂ ਨੇ ਵੇਖਣਾ ਕਿ ਹੁਣ ਸਾਡਾ ਬਜ਼ੁਰਗ ਜਿਹੜਾ ਏ ਉਹ ਸਿਆਣੀ ਉਮਰ ਦਾ ਹੋ ਗਿਆ, ਪਤਾ ਨਹੀਂ ਕਿੰਨੇ ਦਿਨ ਇਹਨੇ ਬਤੀਤ ਕਰਨੇ ਨੇ, ਆਖਰੀ ਪਲ ਜ਼ਿੰਦਗੀ ਦੇ ਰਹਿ ਗਏ ਨੇ। ਉਹਨਾਂ ਆਪਣੇ ਬਜ਼ੁਰਗਾਂ ਨੂੰ, ਵੱਡਿਆਂ ਵਡੇਰਿਆਂ ਨੂੰ ਲੈ ਕੇ ਤੁਰ ਪੈਣਾ ਕਾਂਸ਼ੀ ਵੱਲ ਨੂੰ, ਆਖਣਾ ਕਿ ਇੱਥੇ ਰਹਿ ਕੇ ਸਮਾਂ ਬਤੀਤ ਕਰੀਏ, ਇੱਥੇ ਇਹਦੇ ਪ੍ਰਾਣ ਨਿਕਲ ਜਾਣ ਤੇ ਇਹ ਮੁਕਤ ਹੋ ਜਾਏ। ਇਸ ਤਰ੍ਹਾਂ ਮੁਕਤੀ ਦੀ ਲਾਲਸਾ ਦੇ ਨਾਲ ਬੜੇ ਲੋਕਾਂ ਨੇ ਜਾ ਜਾ ਕੇ ਇਹਨਾਂ ਸਥਾਨਾਂ ਤੇ ਆਪਣਾ ਆਖਰੀ ਸਮਾਂ ਬਤੀਤ ਕਰਨਾ। ਇੱਥੇ ਬੈਠਾ ਹੋਇਆ ਪੁਜਾਰੀ ਵਰਗ ਉਹ ਸਾਰਾ ਮਾਲ ਧਨ ਲੋਕਾਂ ਦੇ ਕੋਲੋਂ ਲੁੱਟ ਲੈਂਦਾ ਸੀ ਕਿ ਜੋ ਕੁਝ ਵੀ ਹੈ ਤੁਸੀਂ ਸਾਨੂੰ ਦਾਨ ਕਰ ਦਿਓ, ਬਸ ਇੱਥੇ ਆ ਕੇ ਪ੍ਰਾਣ ਤਿਆਗੋ ਤੇ ਤੁਸੀਂ ਜੀਵਨ ਮੁਕਤ ਹੋ ਜਾਓਗੇ। ਪਰ ਭਗਤਾਂ ਨੇ ਇਹੋ ਜਿਹੇ ਜਿੰਨੇ ਵੀ ਖਿਆਲ ਸਨ ਉਹਨਾਂ ਸਾਰੇ ਖਿਆਲਾਂ ਦਾ ਖੰਡਨ ਕੀਤਾ ਤੇ ਬੜੀ ਇੱਕ ਪਿਆਰੀ ਗਾਥਾ
ਭਗਤ ਕਬੀਰ ਸਾਹਿਬ ਦੇ ਜੀਵਨ ਵਿੱਚੋਂ ਮਿਲਦੀ ਹੈ। ਭਗਤ ਜੀ ਨੇ ਇਹ ਸਿੱਧ ਕਰ ਦਿੱਤਾ ਕਿ ਬੰਦਗੀ ਕਰਨ ਵਾਲਾ ਮਨੁੱਖ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਰਹਿ ਰਿਹਾ ਏ, ਉਹਦੇ ਪ੍ਰਾਣ ਕਿਤੇ ਵੀ ਨਿਕਲ ਜਾਣ, ਉਹ ਜੀਵਨ ਮੁਕਤੀ ਹੈ। ਉਹਨੂੰ ਕਿਸੇ ਖਾਸ ਥਾਂ ਤੇ ਜਾ ਕੇ ਭਟਕਣ ਦੀ ਲੋੜ ਨਹੀਂ। ਤੇ ਸਾਧ ਸੰਗਤ ਕਾਂਸ਼ੀ ਦੇ ਬਾਰੇ ਇੱਕ ਮਿਥਿਹਾਸ ਦੇ ਵਿੱਚ ਜਿਹੜੀ ਸਾਖੀ ਹੈ ਉਹ ਮੈਂ ਆਪ ਦੇ ਨਾਲ ਸਾਂਝੀ ਕਰਾਂ। ਕਾਂਸ਼ੀ ਦੇ ਬਾਰੇ ਸ਼ੁਰੂ ਤੋਂ ਹੀ ਪੁਜਾਰੀਆਂ ਵੱਲੋਂ ਇਹ ਪ੍ਰਚਾਰ ਕਰ ਦਿੱਤਾ ਗਿਆ ਕਿ ਜਿਹੜਾ ਇੱਥੇ ਆ ਕੇ ਪ੍ਰਾਣ ਤਿਆਗੇਗਾ ਆਖਰੀ ਸਮੇਂ, ਉਹ ਜੀਵਨ ਮੁਕਤ ਹੋ ਜਾਏਗਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲੱਖ ਯਤਨ ਕਰਾਏ। ਤੇ ਇਹ ਸਾਖੀ ਕੁਝ ਇਸ ਪ੍ਰਕਾਰ ਹੈ। ਕਹਿੰਦੇ ਵੇਦ ਵਿਆਸ ਜੀ ਆਪਣੇ ਨਾਲ ਕਈ ਪੜ੍ਹਨ ਵਾਲੇ ਜਿਹੜੇ ਉਹਨਾਂ ਦੇ ਬੱਚੇ ਸਨ, ਸਟੂਡੈਂਟ ਸਨ, ਸਿਖਿਆਰਥੀ ਸਨ, ਉਹਨਾਂ ਨੂੰ ਲੈ ਕੇ ਤੇ ਕਾਂਸ਼ੀ ਦੀ ਧਰਤੀ ਤੇ ਆਏ। ਤੇ ਵੇਦ ਵਿਆਸ ਜੀ ਨੇ ਸੋਚਿਆ ਕਿ ਮੈਂ ਬਹੁਤ ਵੱਡਾ ਧਰਮ ਗੁਰੂ ਹਾਂ, ਇੱਥੇ ਆ ਕੇ ਮੇਰਾ ਬੜਾ ਚੰਗਾ ਸਤਿਕਾਰ ਇੱਜ਼ਤ ਮਾਣ ਮੈਨੂੰ ਮਿਲੇਗੀ। ਪਰ ਕਾਂਸ਼ੀ ਦੇ ਲੋਕਾਂ ਨੇ ਕੋਈ ਬਹੁਤਾ ਜ਼ਿਆਦਾ ਸਤਿਕਾਰ ਵੇਦ ਵਿਆਸ ਦਾ ਨਾ ਕੀਤਾ, ਉਹਦੀ ਆਓ ਭਗਤ ਨਾ ਕੀਤੀ, ਉਹਦੀ ਟਹਿਲ ਸੇਵਾ ਨਾ ਕੀਤੀ। ਤਾਂ ਕੀ ਹੋਇਆ? ਸ਼੍ਰੀ ਵੇਦ ਵਿਆਸ ਜੀ ਗੁੱਸੇ ਹੋ ਗਏ, ਨਾਰਾਜ਼ ਹੋ ਗਏ ਤੇ ਕਾਂਸ਼ੀ ਦੀ ਧਰਤੀ ਨੂੰ ਛੱਡ ਕੇ ਕੁਝ ਹੀ ਦੂਰੀ ਤੇ ਇੱਕ ਕਲਰ ਨਾਲ ਭਰੀ ਹੋਈ, ਜਿਹਨੂੰ ਕਲਰਾਠੀ ਧਰਤੀ ਕਿਹਾ ਜਾਂਦਾ ਸੀ, ਮਗਹਰ ਦੀ ਧਰਤੀ, ਜਿਹਨੂੰ ਹੜੰਬੇ ਦੀ ਧਰਤੀ ਵੀ ਕਿਹਾ ਜਾਂਦਾ ਸੀ, ਉਸ ਧਰਤੀ ਤੇ ਬਹਿ ਗਏ। ਤੇ ਉਸ ਧਰਤੀ ਤੇ ਜਾ ਕੇ ਇਹ ਪ੍ਰਚਾਰ ਆਰੰਭ ਕਰ ਦਿੱਤਾ ਕਿ ਜਿਹੜਾ ਮਗਹਰ ਦੀ ਧਰਤੀ ਤੇ, ਹੜੰਬੇ ਦੀ ਧਰਤੀ ਤੇ ਪ੍ਰਾਣ ਤਿਆਗੇਗਾ ਉਹ ਜੀਵਨ ਮੁਕਤ ਹੋ ਜਾਏਗਾ। ਤਾਂ ਹੋਇਆ ਕਿ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਕਾਂਸ਼ੀ ਵਿੱਚ ਜਾ ਕੇ ਪ੍ਰਾਣ ਤਿਆਗਣਾ ਚਾਹੁੰਦੇ ਸਨ, ਉੱਥੇ ਅੰਤਮ ਸਾਹ ਲੈਣੇ ਚਾਹੁੰਦੇ ਸਨ, ਉਹਨਾਂ ਨੇ ਵੇਦ ਵਿਆਸ ਦੇ ਕਹਿਣ ਦੇ ਨਾਲ ਹੁਣ ਹੜੰਬੇ ਦੀ ਧਰਤੀ, ਮਗਹਰ ਦੀ ਧਰਤੀ ਤੇ ਜਾ ਕੇ ਪ੍ਰਾਣ ਤਿਆਗਣੇ ਸ਼ੁਰੂ ਕਰ ਦਿੱਤੇ। ਵੇਖਦਿਆਂ ਵੇਖਦਿਆਂ ਕਾਂਸ਼ੀ ਦੀ ਮਹਾਨਤਾ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਗਈ। ਜਦੋਂ ਕਾਂਸ਼ੀ ਦੀ ਮਹਾਨਤਾ ਘਟਣੀ ਸ਼ੁਰੂ ਹੋ ਗਈ ਤੇ ਦੇਵਤਿਆਂ ਨੂੰ ਫਿਕਰ ਪੈ ਗਿਆ ਵੀ ਇਹ ਤੇ ਕੰਮ ਬੜਾ ਖਰਾਬ ਬਣਿਆ। ਕਾਂਸ਼ੀ ਦੀ ਤੇ ਬੜੀ ਵੱਡੀ ਮਹਾਨਤਾ ਸ਼ਿਵਪੁਰੀ ਉਸ ਨੂੰ ਕਿਹਾ ਗਿਆ, ਪਰ ਇਹ ਤੇ ਸਾਰਾ ਕੰਮ ਵੇਦ ਵਿਆਸ ਜੀ ਨੇ ਵਿਗਾੜ ਦਿੱਤਾ ਏ। ਲੋਕ ਹੁਣ ਕਾਂਸ਼ੀ ਨਹੀਂ ਆਉਂਦੇ, ਹੁਣ ਮਗਹਰ ਦੀ ਧਰਤੀ ਤੇ ਜਾ ਰਹੇ ਨੇ ਤੇ ਵੇਦ ਵਿਆਸ ਜੀ ਪ੍ਰਚਾਰ ਵੀ ਕਰ ਰਹੇ ਨੇ ਕਿ ਜਿਹੜਾ ਉੱਥੇ ਪ੍ਰਾਣ ਤਿਆਗੇਗਾ ਉਹ ਜੀਵਨ ਮੁਕਤ ਹੋ ਜਾਏਗਾ, ਉਹਨੂੰ ਸਵਰਗ ਮਿਲੇਗਾ। ਕਹਿੰਦੇ ਸਾਰੇ ਦੇਵਤਿਆਂ ਨੂੰ ਫਿਕਰ ਪੈ ਗਿਆ ਤੇ ਦੇਵਤਿਆਂ ਦੇ ਵਿੱਚ ਨਾਰਦ ਮੁਨੀ ਜੀ, ਉਹਨਾਂ ਦੀ ਡਿਊਟੀ ਲਾਈ ਗਈ ਵਿਸ਼ਨੂੰ ਜੀ ਵੱਲੋਂ ਕਿ ਹੁਣ ਤੁਸੀਂ ਕੋਈ ਨਾ ਕੋਈ ਹੀਲਾ ਕਰੋ, ਕੋਈ ਨਾ ਕੋਈ ਯਤਨ ਇਹੋ ਜਿਹਾ ਕਰੋ ਤੇ ਕਾਂਸ਼ੀ ਦੀ ਜਿਹੜੀ ਮਹਾਨਤਾ ਬਣੀ ਰਵੇ, ਮਗਹਰ ਦੀ ਧਰਤੀ ਤੇ ਜਿਹੜਾ ਲੋਕ ਜਾ ਰਹੇ ਨੇ ਉਹ ਜਾਣੋ ਹਟ ਜਾਣ। ਤੇ ਨਾਰਦ ਮੁਨੀ ਵੇਦ ਵਿਆਸ ਦੇ ਕੋਲ ਜਾ ਕੇ ਹੱਥ ਜੋੜ ਕੇ ਨਮਸਕਾਰ ਕਰਦਾ ਹੈ ਤੇ ਕਹਿੰਦਾ ਹੈ, ਗੁਰੂ ਜੀ ਕਿਰਪਾ ਕਰਕੇ ਦੱਸੋ ਜਿਹੜਾ ਮਗਹਰ ਦੀ ਧਰਤੀ ਤੇ ਮਰੇਗਾ ਉਹਨੂੰ ਕੀ ਮਿਲੇਗਾ? ਤੇ ਵੇਦ ਵਿਆਸ ਜੀ ਕਹਿੰਦੇ ਜੀ ਉਹ ਸਵਰਗਾਂ ਨੂੰ ਜਾਏਗਾ, ਜੀਵਨ ਮੁਕਤ ਹੋ ਜਾਏਗਾ। ਕਹਿੰਦਾ ਜੀ ਸਤ ਬਚਨ। ਕੁਝ ਮਿੰਟਾਂ ਬਾਅਦ ਫੇਰ ਕੋਲ ਜਾਂਦੇ ਨੇ, ਫੇਰ ਜਾ ਕੇ ਇਹੋ ਹੀ ਸਵਾਲ ਕਰਦੇ ਨੇ ਕਿ ਜਿਹੜਾ ਮਗਹਰ ਦੀ ਧਰਤੀ ਤੇ ਮਰੇਗਾ ਉਹਨੂੰ ਕੀ ਮਿਲੇਗਾ? ਤੇ ਵੇਦ ਵਿਆਸ ਜੀ ਨੇ ਫਿਰ ਆਖਿਆ ਜੀ ਉਹ ਸਵਰਗਾਂ ਨੂੰ ਜਾਏਗਾ, ਜੀਵਨ ਮੁਕਤ ਹੋ ਜਾਏਗਾ। ਕੁਝ ਸਮੇਂ ਬਾਅਦ ਫਿਰ ਜਾ ਕੇ ਇਹੋ ਸਵਾਲ ਕਰ ਦਿੱਤਾ। ਜਦੋਂ ਫਿਰ ਦੁਬਾਰਾ ਜਾ ਕੇ ਇਹੋ ਸਵਾਲ ਕੀਤਾ ਤੇ ਵੇਦ ਵਿਆਸ ਜੀ ਗੁੱਸੇ ਵਿੱਚ ਆ ਗਏ ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਆਪਣੇ ਮੂੰਹ ਇਹ ਸ਼ਬਦ ਕਹਿ ਦਿੱਤੇ ਕਿ ਜਿਹੜਾ ਮਗਹਰ ਦੀ ਧਰਤੀ ਤੇ ਮਰੇਗਾ ਉਹ ਗਧੇ ਦੀ ਜੂਨ ਵਿੱਚ ਪੈ ਜਾਏਗਾ, ਖੋਤਾ ਬਣ ਜਾਏਗਾ। ਜਦੋਂ ਇੰਨੀ ਗੱਲ ਵੇਦ ਵਿਆਸ ਨੇ ਆਪਣੇ ਮੂੰਹ ਆਖੀ
ते नारद मुनि जी कहते तथास्तु, जो आपने क्या सत है। बस इन्नी गल कहण दी देर सी, ये प्रचार शुरू कर दिता गया कि मगहर दी धरती नूं सराप मिल गया वेद व्यास जी दा, जिहड़ा उत्थे प्राण त्यागेगा वो गधे दी जून विच पै जाएगा, खोता बन जाएगा। ते जिन्ने लोग उत्थे जाके वसे हुए सन वो डरदे मारे भज के कांशी आ गए। उस कलराठी धरती ते सारे लोग जिहड़े ने डरदे जांदे नहीं कि ये सरापी धरती है, जे इत्थे प्राण निकल गए तो गधे दी जून मिलेगी, खोते बनांगे। हुण भगत कबीर साहब ने यह ख्याल दा खंडन करन वास्ते की कीता, जदों वेख्या अपनी जिंदगी दा आखिरी समां ते भगत जी कांशी नूं छड्ड के ते मगर दी धरती हड़ंबे दी धरती ते जाके डेरा ला लिया। ते कांशी दे लोग इकट्ठे होके ना आपस विच गल्लां बातां करदे ने। वो कहंदे भी कबीर बौरा हो गया है, सारी उम्र कांशी रहा, जे कांशी रह के प्राण त्यागदा स्वर्ग मिलना सी। जदों स्वर्ग लैण दा मौका आया उदों चलिया गया मगहर दी धरती ते, जे उत्थे मर गया ते उत्थे उन्हों खोते दी जून मिलेगी। ये लोग जिहड़े कांशी दे सन ऐसियां गल्लां कर रहे सन। ते कईयां ने यह भी आखिया, कहंदे कबीर दी हालत उस मच्छी वर्गी है जिहड़ी मच्छी आप ही पानी तो बाहर आ जाए, भाव अपनी मौत आप सहेड़ लवे। ते भगत जी दा एक शब्द भी पावन बाणी विच आपां पढ़दे आ, जो विचार लोकां ने भगत जी दे बारे दिते उहदा जिक्र भगत जी ने कीता। ज्यों जल छोड़ बाहर पयो मीना, पूर्व जन्म हों तप काहीना। सकल जन्म शिवपुरी गवाया, मरती बार मगहर उठ आया। कहंदे लोग कहंदे ने कि भगत जी जदों स्वर्ग लैण दा समा सी ना उदों कांशी नूं छड्ड के चले गए ने। ते लोग भगत जी दे बारे इहो जिहियां गल्लां बातां प्रचलित कर रहे सन, प्रचार रहे सन। अब कहो राम कवन गत मोरी, ते भगत जी परमेश्वर नूं संबोधन होके कहंदे ने, हे मेरे वैगुरू ये तू आप ही जानदा है कि हुण मेरा की बनेगा, तैनूं ही पता है। लोग ते बहुत कुछ कह रहे ने। अब कहो राम कवन गत मोरी, तजी ले बनारस मत पई थोरी। लोग ते ये कह रहे ने कि कबीर दी मत मारी गई है, जिहड़ा आखिरी समय कांशी नूं छड्ड के सरापी हुई मगर दी धरती ते जाके डेरा ला लिया। सकल जन्म शिवपुरी गवाया, मरती वार मगहर उठ आया। कांशी मगहर सम विचारी, ओशी भगत कैसे उतर सपारी। कहो गुरगज शिव सब को जाने, मुआ कबीर रमत श्री राम है। कहंदे लोग कह रहे सन कि जदों स्वर्गां तों जाना सी वो समा सांभ नहीं सके, मगर दी सरापी धरती ते जाके डेरा ला लिया। पर भगत जी ने आखिया, भाई ये नरोल वहम है। किसे थां नूं महानता तां ही मिलदी है जे बंदगी करन वाले उत्थे चरण पाउण। ते साध संगत जेकर कोई मनुखे सोचे कि थां बड़ी पवित्र है ते मैं जिन्ने मर्जी पाप कीते ने इत्थे आके प्राण त्यागां ते मेरे पापां तो मुक्ति मिलेगी मैनों। कहंदे वड्डा वहम, इस वहम दे विच ना रहियो। इस गल दी प्रौढ़ता फिर भगतां ने अपनी बाणी विच कीती है। आखिया, मनो कठोर मरै बनारस, नरक न बंचिया जाई। हर का संत मरै हड़ंबै, तां सगली सैन तराई। कहंदे जिन्हां दे मन विच कठोरता है, जिन्हां दे मन दे अंदर हौमे भरी हुई है, जिहड़े परमेश्वर दी याद विच नहीं जुड़े, भावें ओ बनारस कांशी दी धरती ते भी मर जाण, ये ख्याल कर लियो
ਉਹਨਾਂ ਨੂੰ ਨਰਕਾਂ ਤੋਂ ਕੋਈ ਨਹੀਂ ਬਚਾ ਸਕਦਾ। ਮਰੋ ਕਠੋਰ ਮਰੇ ਬਨਾਰਸ, ਨਰਕ ਨਾ ਬੰਚਿਆ ਜਾਈ। ਹਰ ਕਾ ਸੰਤ ਮਰੈ ਹੜੰਬੇ, ਤਾਂ ਸਗਲੀ ਸੈਣ ਤਰਾਈ। ਰੱਬ ਦੀ ਬੰਦਗੀ ਕਰਨ ਵਾਲਾ ਭਾਵੇਂ ਅਖੌਤੀ ਤੌਰ ਤੇ ਸਰਾਪੀ ਹੋਈ ਮਗਹਰ ਦੀ ਧਰਤੀ ਤੇ ਜਾ ਕੇ ਵੀ ਪ੍ਰਾਣ ਤਿਆਗ ਦੇਗਾ ਤਾਂ ਵੀ ਉਹ ਜੀਵਨ ਮੁਕਤ ਹੈ। ਉਹਦੇ ਨਾਲ ਉਹਦੇ ਪਰਿਵਾਰ ਦਾ ਵੀ ਭਲਾ ਹੋਏਗਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਇਸ ਭਰਮ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਆਪ ਪਹਿਲ ਕੀਤੀ, ਆਪ ਇੱਕ ਉਦਾਹਰਨ ਬਣ ਕੇ ਦੁਨੀਆ ਨੂੰ ਦੱਸਿਆ, ਭਾਈ ਇਹ ਵਹਿਮ ਦੇ ਵਿੱਚ ਨਾ ਰਹਿਓ ਕਿ ਆਖਰੀ ਸਮੇਂ ਕਿਸੇ ਤੀਰਥ ਤੇ ਜਾ ਕੇ ਪ੍ਰਾਣ ਤਿਆਗੇ ਤੇ ਮੁਕਤੀ ਮਿਲੇਗੀ। ਮੁਕਤੀ ਤਾਂ ਮਿਲੇਗੀ ਜੇ ਰੱਬ ਦੀ ਯਾਦ ਵਿੱਚ ਜੁੜਾਂਗੇ, ਨਿਰਮਲ ਕਰਮ ਕਰਾਂਗੇ ਤੇ ਤਾਂ ਬੰਧਨਾਂ ਤੋਂ ਮੁਕਤ ਹੋਵਾਂਗੇ, ਤਾਂ ਹੀ ਪਾਪਾਂ ਤੋਂ ਖਹਿੜਾ ਛੁੱਟੇਗਾ। ਇੱਥੇ ਵੀ ਹਜ਼ੂਰ ਕਿਰਪਾ ਕਰ ਰਹੇ ਨੇ, ਮਨ ਕਾਮਨਾ ਤੀਰਥ ਦੇ ਛੁਟੈ। ਕਹਿੰਦੇ ਮਨ ਦੇ ਅੰਦਰ ਇੱਕ ਕਾਮਨਾ ਸੀ ਕਿ ਕਿਸੇ ਤੀਰਥ ਤੇ ਜਾ ਕੇ ਮੇਰੇ ਪ੍ਰਾਣ ਨਿਕਲਣ। ਗਰਭ ਗੁਮਾਨ ਨਾ ਮਨ ਤੇ ਹੁਟੈ, ਪਰ ਅੰਦਰ ਹਉਮੈ ਤੇ ਹੰਕਾਰ ਉਵੇਂ ਭਰਿਆ ਹੋਇਆ। ਹੁੱਟੇ ਦਾ ਮਤਲਬ ਹਾਰਦਾ, ਅਜੇ ਹਉਮੈ ਹੰਕਾਰ ਹਰਿਆ ਨਹੀਂ। ਉਸੇ ਤਰ੍ਹਾਂ ਹੀ ਹੈ, ਸੋਚ ਕਰੇ ਦਿਨ ਅਰ ਰਾਤ। ਸੋਚ ਦਾ ਭਾਵ ਹੈ ਵਾਰ ਵਾਰ ਇਸ਼ਨਾਨ ਕਰਨਾ, ਹੱਥ ਪੈਰ ਧੋਤੀ ਜਾਣੇ, ਬੜੀ ਸੁਚਮ ਰੱਖਣੀ। ਕਹਿੰਦੇ ਭਾਵੇਂ ਦਿਨੇ ਰਾਤ ਕੋਈ ਨਹਾਈ ਜਾਏ, ਹੱਥ ਪੈਰ ਮੂੰਹ ਧੋਤੀ ਜਾਏ, ਬੜਾ ਸੁੱਚਾ ਬਣਨ ਦਾ ਯਤਨ ਕਰੇ। ਮਨ ਕੀ ਮੈਲ ਨਾ ਤਨ ਤੇ ਜਾਤ। ਕਹਿੰਦੇ ਮਨ ਨੂੰ ਲੱਗੀ ਹੋਈ ਮੈਲ ਤਨ ਨੂੰ ਧੋਤਿਆਂ ਨਹੀਂ ਲੈ ਸਕਦੀ। ਇਸ ਦੇਹੀ ਕਉ ਬਹੁ ਸਾਧਨਾ ਕਰੈ। ਕਹਿੰਦੇ ਦੇਹੀ ਨੂੰ ਜਿੰਨਾ ਮਰਜ਼ੀ ਸਾਧ ਲਈਏ, ਅਸੀਂ ਜੋਗੀਆਂ ਵਾਲੇ ਆਸਨ ਕਰ ਲਈਏ, ਹੋਰ ਕਈ ਤਰੀਕਿਆਂ ਦੇ ਨਾਲ ਸਾਧ ਲਈਏ, ਮਨ ਤੇ ਕਬਹੂ ਨਾ ਵਿਖਿਆ ਟਰੈ। ਪਰ ਜੇ ਮਨ ਮੈਲਾ ਏ, ਅੰਦਰ ਵਿਕਾਰਾਂ ਵਾਲੇ ਫੁਰਨੇ ਨੇ, ਤੇ ਦੇਹੀ ਨੂੰ ਸਾਧਿਆਂ ਵੀ ਗੱਲ ਨਹੀਂ ਬਣਨੀ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਲ ਧੋਵੇ ਬਹੁ ਦੇਹ ਅਨੀਤ। ਕਹਿੰਦੇ ਵਾਰ ਵਾਰ ਅਨੀਤ ਦਾ ਮਤਲਬ ਹੈ ਨਿਤ ਹੀ, ਲਗਾਤਾਰ। ਵਾਰ ਵਾਰ ਕਹਿੰਦੇ ਜਲ ਦੇ ਨਾਲ ਆਪਣੀ ਦੇਹ ਨੂੰ ਧੋਈ ਜਾਈਏ। ਸੁਧ ਕਹਾ ਹੋਏ ਕਾਚੀ ਭੀਤ। ਕਹਿੰਦੇ ਸਾਧ ਸੰਗਤ ਤੇ ਸਰੀਰ ਜਿਹੜਾ ਏ ਕਾਚੀ ਭੀਤ। ਭੀਤ ਕਹਿੰਦੇ ਦੀਵਾਰ ਨੂੰ, ਕੰਧ ਨੂੰ। ਕੱਚੀ ਭੀਤ, ਕੱਚੀ ਮਿੱਟੀ ਦੀ ਬਣੀ ਹੋਈ ਦੀਵਾਰ। ਤੇ ਜੇ ਤੁਸੀਂ ਕਹੋ ਵੀ ਉਹਨੂੰ ਧੋ ਕੇ ਤੁਸੀਂ ਸਾਫ਼ ਕਰ ਲਓਗੇ, ਬਿਲਕੁਲ ਨਹੀਂ। ਜਿਵੇਂ ਜਿਵੇਂ ਧੋਵੋਗੇ ਉਹ ਖੁਰਦੀ ਜਾਏਗੀ, ਉਹਦੇ ਅੰਦਰੋਂ ਮੈਲ ਮਿੱਟੀ ਨਿਕਲਦੀ ਰਹੇਗੀ ਵਾਰ ਵਾਰ, ਤੇ ਤੁਸੀਂ ਆਖਰ ਤੱਕ ਲੱਗੇ ਰਹੋਗੇ, ਉਹਨੇ ਸਾਫ਼ ਨਹੀਂ ਹੋਣਾ। ਉਹ ਖੁਰਦੀ ਰਹੇਗੀ, ਮੈਲ ਮਿੱਟੀ ਨਿਕਲਦੀ ਰਹੇਗੀ ਅੰਦਰੋਂ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਜਿਵੇਂ ਕੱਚੀ ਮਿੱਟੀ ਦੀ ਬਣੀ ਹੋਈ ਕੰਧ ਨੂੰ ਧੋ ਕੇ ਆਪਾਂ ਸਾਫ਼ ਨਹੀਂ ਕਰ ਸਕਦੇ, ਇਵੇਂ ਇਹ ਦੇਹੀ ਵੀ ਜਿਹੜੀ ਹੈ ਵਾਰ ਵਾਰ ਦੇਹੀ ਨੂੰ ਧੋਣ ਦੇ ਨਾਲ ਮਨ ਦੀ ਮੈਲ ਜਿਹੜੀ ਹੈ ਉਹ ਨਹੀਂ ਧੋਤੀ ਜਾ ਸਕਦੀ। ਤੇ ਹੁਣ ਸਤਿਗੁਰੂ ਜੀ ਨੇ ਅਖੀਰ ਦੇ ਵਿੱਚ ਫਿਰ ਫੈਸਲਾ ਦਿੱਤਾ। ਕਹਿੰਦੇ ਫਿਰ ਕਿਹੜਾ ਯਤਨ ਹੈ, ਜਿਹੜੇ ਯਤਨ ਦੇ ਨਾਲ ਮਨ ਨੂੰ ਲੱਗੀ ਮੈਲ ਉਤਰ ਜਾਏ। ਉਹ ਕਿਹੜਾ ਯਤਨ ਹੈ ਜਿਸ ਯਤਨ ਦੇ ਕੀਤਿਆਂ ਅਸੀਂ ਸੱਚਮੁੱਚ ਪਵਿੱਤਰ ਹੋ ਜਾਈਏ। ਉਹ ਕਿਹੜਾ ਯਤਨ ਹੈ ਜਿਸ ਯਤਨ ਦੇ ਕੀਤਿਆਂ ਸਾਨੂੰ ਕਿਸੇ ਕਰਮਕਾਂਡ ਭਰਮ ਵਹਿਮ ਦੇ ਵਿੱਚ ਨਾ ਪੈਣਾ ਪਵੇ। ਮਹਾਰਾਜ ਅਖੀਰ ਦੇ ਵਿੱਚ ਕਹਿੰਦੇ ਨੇ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਊਚ ਦਾ ਮਤਲਬ ਬੜੀ ਉੱਚੀ, ਬੜੀ ਵੱਡੀ। ਮੇਰੇ ਮਨਾ ਨਾਮ ਦੀ ਮਹਿਮਾ ਬਹੁਤ ਹੈ।
परमेश्वर दे नाम दी महिमा बड़ी वड्डी है, बड़ी उच्ची है। नानक नाम उदरे पतत बहु मूच। ते गुरु नानक साहब जी पंजवें स्वरूप दे अंदर बेनती करते ने, हे मेरे मना, नाम दे विच लग के, नाम दे मम्मे नूं सियारी है, नाम दे विच लग के उधरे कहंदे बहुत लोकां दा उद्धार हो गया। पतत बहु मूच कहंदे बहुत वड्डे वड्डे जिहड़े पतत लोक सन वो पवित्र जीवन वाले बन गए। ते भगत नामदेव जी अपनी बाणी विच कहंदे ने, कौन को कलंक रहियो राम नाम लेत ही, पतत पवित भये राम कहत ही। कहंदे परमेश्वर दा नाम पततां नूं पावन करन वाला है। जिन्हां जिन्हां ने भी परमेश्वर दा नाम सिमरिया है उन्हां दा जीवन उच्चा बन गया, क्योंकि परमेश्वर बहुत उच्चा है ते साध संगतों दा नाम ओहदे तों भी उच्चा है। आपां रोज ही बचन पढ़दे हां, वड्डा साहिब ऊंचा थाओ, ऊंचे उपर ऊंचा नाओ। परमेश्वर दा नाम परमेश्वर तो भी उच्चा है। तो जेड़े ओहदा नाम सिमरदे ओहदी याद विच जुड़दे ने ਉਹ भी बड़े उच्चे सुच्चे जीवन वाले बन जाते ने, सचियार बन जाते ने, गुरमुख बन जाते ने, वो सचमुच धर्मी बन जाते ने। उन्होंने लोड़ नहीं है धरती के भरमणा की, उन्होंने लोड़ नहीं पैंदी अपने आप नूं अग विच साड़न की, उन्होंने लोड़ नहीं पैंदी आखिरी समय किसी तीर्थ के कंढे जाके प्राण त्यागण की। वो जिथे बह के नाम जपदे ने उत्थे ही सचखंड बन जाता है, क्योंकि सचखंड की वह अवस्था जिस वेले जीव परमेश्वर नाल एकमिक हो जाता, अभेद हो जाता है। अब तो जाए चढ़े सिंघासन, मिले हैं सारंग पानी, राम कबीरा एक भय है, कोई न सके पछाणी। ये अवस्था बन जाती है। इस करके महाराज कहते नाम की महिमा बहुत वड्डी है। नाम विच जुड़ के बहुत वड्डे वड्डे पतत जिहड़े ने वो भी पावन हो गए ने। इस करके आपां भी सतगुरां दे चरनां विच दाना सिरदान नाम दान दी मंग करिए। मांगना मांगण नीका हर जस गुर ते मांगना, ते गुरु के चरनां विच अरदास रोज ही करया करिए। गुरा एक दे बुझाई सबना जियां का एक दाता, सो मैं विसर ना जाई। इन्नियां बेनतियां प्रवान करनियां, होइयां भुल्लां ना चतारनियां। गज के फतेह बुलाओ। वाहिगुरु जी का खालसा, वाहिगुरु जी की फतेह।